26 ਤੋਂ ਪਹਿਲਾਂ ਤੁਹਾਡੀ ਜਥੇਬੰਦੀ ਨੂੰ ਟਾਈਮ ਵੀ ਦਿੱਤਾ ਜਾਂਦਾ ਸੀ ਸਟੇਜ ਦੇ ਉੱਤੇ, ਉਸ ਤੋਂ ਬਾਅਦ ਟਾਈਮ ਮਿਲਣਾ ਬੰਦ ਹੋ ਗਿਆ, ਕੀ ਕਾਰਨ ਰਿਹਾ, ਕੀ ਕਹਿਣਾ ਚਾਹੋਗੇ? ਅਪਮਾਨ ਉਦੋਂ ਬਣਦਾ ਝੰਡਾ ਪਾੜਤਾ ਹੋਵੇ, ਝੰਡਾ ਪੈਰਾਂ ਥੱਲੇ ਮਲਤਾ ਹੋਵੇ, ਝੰਡੇ ਤੇ ਕਾਲਸ ਲਾਤੀ ਹੋਵੇ। ਉਹ ਤਾਂ ਝੰਡੇ ਨੂੰ ਤਾਂ ਟੱਚ ਹੀ ਨਹੀਂ ਕੀਤਾ, ਜਿਹੜਾ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਝੰਡਾ। ਇਹਨਾਂ ਲਈ ਖੜੋਗੇ ਤੁਸੀਂ ਜਿਹੜਾ ਦਾ ਮੈਂ ਜ਼ਿਕਰ ਕੀਤਾ? ਉਹਨਾਂ ਨੇ ਦੋਸ਼ ਲਾਇਆ ਸੀਗਾ ਵੀ ਤੁਸੀਂ ਸਾਡੇ ਤੇ ਖਾਸ ਕਰਕੇ ਵੀ ਇੱਕ ਤਾਂ ਤੁਸੀਂ 26 ਤਰੀਕ ਨੂੰ ਆਪ ਹੀ ਨਹੀਂ ਗਏ, ਤੁਸੀਂ ਨਾਲ ਜਿਹੜਾ ਗੁਰਨਾਮ ਸਿੰਘ ਚੜੂਨੀ ਹੈ, ਹਰਿਆਣੇ ਦੇ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਜੀ, ਮੇਨ ਜਿਹੜੀ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਹੈਗੀ ਆ 7 ਮੈਂਬਰੀ, ਉਹਦਾ ਵੀ ਮੈਂਬਰ ਹੈ ਜੀ, ਵੀ ਤੁਸੀਂ ਉਹਦੀ ਗੱਡੀ 'ਚ ਨਾਲ ਗਏ ਤੇ ਤੁਸੀਂ ਉਹਨੂੰ ਪ੍ਰੇਰ ਕੇ ਲੈ ਕੇ ਗਏ। ਦੂਜਾ ਸੀਗਾ ਵੀ ਤੁਸੀਂ 25 ਤਰੀਕ ਦੀ ਰਾਤ ਨੂੰ ਜਿਹੜੀ ਇੱਥੇ ਸਟੇਜ ਤੇ ਕੁਝ ਨੌਜਵਾਨਾਂ ਨੇ ਆ ਕੇ ਕਿਸਾਨ ਲੀਡਰਾਂ ਨੂੰ ਪੁੱਛਿਆ ਵੀ ਤੁਸੀਂ ਹੁਣ ਮੌਕੇ ਤੇ ਆ ਕੇ ਰਿੰਗ ਰੋਡ ਕਿਉਂ ਛੱਡਦੇ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹਦੇ ਤੇ ਉਹਨਾਂ ਦੇ ਇਹ ਵੀ ਸੀਗਾ ਵੀ ਉਹਨਾਂ ਦੇ ਵਿੱਚ ਤੁਹਾਡੇ ਆਗੂ ਵੀ ਸ਼ਾਮਲ ਸੀਗਾ। ਬਾਅਦ ਦੇ ਵਿੱਚ ਸਾਲ 2 ਸਾਲ ਬਾਅਦ ਬੰਦੇ ਰੌਲਾ ਪਾਈ ਜਾਂਦੇ ਹੁੰਦੇ, ਫਲਾਨੇ ਨੇ ਆਹ ਕਰਿਆ, ਫਲਾਨਾ ਇੰਨੇ ਪੈਸੇ ਸੱਟ ਗਿਆ, ਫਲਾਨਾ ਐਂ ਕਰ ਗਿਆ। ਤੁਹਾਨੂੰ ਨਹੀਂ ਲੱਗਦਾ ਵੀ ਹੁਣੇ ਸਵਾਲ ਪੁੱਛਣੇ ਚਾਹੀਦੇ ਆ? ਕਿਉਂਕਿ ਕਾਫੀ ਲੋਕ ਸਾਨੂੰ ਵੀ ਕਹਿ ਦਿੰਦੇ ਵੀ ਸਵਾਲ ਨਾ ਪੁੱਛੋ, ਕੰਟਰੋਵਰਸੀ ਨਾ ਕ੍ਰੀਏਟ ਕਰੋ। ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਹੀ ਇਹ ਅੰਦੋਲਨ ਦੇ ਵਿੱਚ, ਇਹ ਮੋਰਚਿਆਂ ਦੇ ਉੱਤੇ ਹੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈਗਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਧਾਲੀਵਾਲ। ਅੰਦੋਲਨ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਅੰਦੋਲਨ ਦੇ ਰੋਡ ਮੈਪ ਦੀ, ਤਾਂ ਇੱਕ ਪਲਾਨ 6 ਤਰੀਕ ਦਾ, 6 ਫਰਵਰੀ ਦਾ 3 ਘੰਟਿਆਂ ਦਾ ਚੱਕਾ ਜਾਮ, ਇਹ ਸਾਹਮਣੇ ਆਉਂਦਾ ਗਾ। ਪਰ ਉਸ ਤੋਂ ਬਾਅਦ ਦੀ ਜੇ ਗੱਲ ਕਰਦੇ ਹਾਂ, ਬੜੇ ਸਾਰੇ ਇਹ ਵੀ ਪ੍ਰਸ਼ਨ ਉੱਠ ਰਹੇ ਆ ਵੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ, ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਜਥੇਬੰਦੀਆਂ ਅੱਗੇ ਕੀ ਲੈ ਕੇ ਆ ਰਹੀਆਂ ਗੀਆਂ। ਅਤੇ ਖਾਸ ਕਰਕੇ ਕੁਝ ਇਹ ਸਵਾਲ ਵੀ ਆ ਵੀ 26 ਤੋਂ ਬਾਅਦ ਕੁਛ ਜਥੇਬੰਦੀਆਂ ਦੀ ਸਟੇਜ 'ਤੇ ਦੇਖਣੀ ਰਹਿਣਾ ਜਾਂ ਮੀਟਿੰਗਾਂ ਦੇ ਵਿੱਚ ਜਾਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਪਿੱਛੇ ਕਰ ਦਿੱਤੀਆਂ ਗਈਆਂ। ਇਹ ਵੀ ਬੜੇ ਸਵਾਲ ਖੜ੍ਹੇ ਹੋ ਰਹੇ ਨੇ। ਇਹ ਸਾਰੇ ਸਵਾਲ ਜਾਣਾਂਗੇ ਅਤੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਸਾਰੀਆਂ ਕੁਝ ਅਜਿਹੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਗੀਆਂ, ਕੀ ਉਹਨਾਂ ਪਿੱਛੇ ਸੱਚ ਆ, ਕੀ ਝੂਠ ਆ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅੱਜ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਸੁਰਜੀਤ ਸਿੰਘ ਫੂਲ, ਸੂਬਾ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ। ਫੂਲ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਫੂਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜੇ 26 ਤੋਂ ਬਾਅਦ ਦੀ ਗੱਲ ਕਰਦੇ ਹਾਂ, 26 ਤੋਂ ਪਹਿਲਾਂ ਤੁਹਾਡੀ ਜਥੇਬੰਦੀ ਨੂੰ ਟਾਈਮ ਵੀ ਦਿੱਤਾ ਜਾਂਦਾ ਸੀ ਸਟੇਜ ਦੇ ਉੱਤੇ, ਉਸ ਤੋਂ ਬਾਅਦ ਟਾਈਮ ਮਿਲਣਾ ਬੰਦ ਹੋ ਗਿਆ, ਕੀ ਕਾਰਨ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀਆਂ 26 ਤਰੀਕ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਪਰੇਡ ਵਾਲੇ ਦਿਨ ਜੀ, ਖਾਸ ਕਰਕੇ ਰਿੰਗ ਰੋਡ 'ਤੇ ਜਿਹੜਾ ਕਿਸਾਨ ਜਥੇਬੰਦੀਆਂ ਗਈਆਂ ਨੇ ਜਾਂ ਉਹਨਾਂ ਦਾ ਕਾਡਰ ਗਿਆ, ਉਹਨਾਂ ਨਾਲ ਜੁੜ ਕੇ ਜਿਹੜੀ ਉਦੋਂ ਬਾਅਦ ਮੀਟਿੰਗ ਹੋਈ ਆ 32 ਕਿਸਾਨ ਜਥੇਬੰਦੀਆਂ ਦੀ, ਉੱਥੇ ਇਹ ਏਜੰਡਾ ਲਾਇਆ ਗਿਆ ਵੀ ਜਿਹੜਾ ਸਰਕਾਰ ਨੇ ਰੂਟ ਦਿੱਤਾ ਸੀਗਾ, ਉਸ ਰੂਟ ਤੋਂ ਕੁਝ ਜਥੇਬੰਦੀਆਂ ਨੇ ਉਹਦੀ ਵਾਇਓਲੇਸ਼ਨ ਕੀਤੀ ਹੈ ਜੀ। ਰਿੰਗ ਰੋਡ 'ਤੇ ਜਿਹੜਾ ਜਾਣ ਦਾ ਕਿਸਾਨ ਜਥੇਬੰਦੀਆਂ ਦਾ ਹੈ ਨਹੀਂ ਸੀਗਾ। ਸੋ ਜਿਹੜੀਆਂ ਜਥੇਬੰਦੀਆਂ ਗਈਆਂ, ਜਿਨ੍ਹਾਂ ਵਿੱਚ ਸਾਡੀ ਜਥੇਬੰਦੀ ਸਮੇਤ 5-6 ਹੋਰ ਜਥੇਬੰਦੀਆਂ ਵੀ ਸੀ, ਸਾਰਿਆਂ 'ਤੇ ਏਜੰਡਾ ਲਾ ਕੇ ਉਹਨਾਂ ਨੇ ਪੁੱਛਿਆ ਸੀ ਵੀ ਤੁਸੀਂ ਉਲੰਘਣਾ ਕਿਉਂ ਕੀਤੀ। ਜਾਂ ਐਂ ਕਹਿਣ ਦਾ ਭਾਵ ਉਹਨਾਂ ਨੇ ਦੋਸ਼ ਲਾਇਆ ਸੀਗਾ ਵੀ ਤੁਸੀਂ ਸਾਡੇ 'ਤੇ ਖਾਸ ਕਰਕੇ ਵੀ ਇੱਕ ਤਾਂ ਤੁਸੀਂ 26 ਤਰੀਕ ਨੂੰ ਆਪ ਹੀ ਨਹੀਂ ਗਏ, ਤੁਸੀਂ ਨਾਲ ਜਿਹੜਾ ਗੁਰਨਾਮ ਸਿੰਘ ਚੜੂਨੀ ਹੈ, ਹਰਿਆਣੇ ਦੇ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਜੀ, ਮੇਨ ਜਿਹੜੀ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਹੈਗੀ ਆ 7 ਮੈਂਬਰੀ, ਉਹਦਾ ਵੀ ਮੈਂਬਰ ਹੈ ਜੀ, ਵੀ ਤੁਸੀਂ ਉਹਦੀ ਗੱਡੀ 'ਚ ਨਾਲ ਗਏ ਤੇ ਤੁਸੀਂ ਉਹਨੂੰ ਪ੍ਰੇਰ ਕੇ ਲੈ ਕੇ ਗਏ। ਇੱਕ ਤਾਂ ਸਾਡੇ 'ਤੇ ਇਹ ਦੋਸ਼ ਸੀਗਾ ਜੀ, ਜਾਂ ਚਾਰਜ ਕਹਿ ਲਓ, ਜਾਂ ਸਾਡੇ 'ਤੇ ਇਤਰਾਜ਼ ਸੀਗਾ। ਦੂਜਾ ਸੀਗਾ ਵੀ ਤੁਸੀਂ 25 ਤਰੀਕ ਦੀ ਰਾਤ ਨੂੰ ਜਿਹੜੀ ਇੱਥੇ ਸਟੇਜ 'ਤੇ ਕੁਝ ਨੌਜਵਾਨਾਂ ਨੇ ਆ ਕੇ ਕਿਸਾਨ ਲੀਡਰਾਂ ਨੂੰ ਪੁੱਛਿਆ ਵੀ ਤੁਸੀਂ ਹੁਣ ਮੌਕੇ 'ਤੇ ਆ ਕੇ ਰਿੰਗ ਰੋਡ ਕਿਉਂ ਛੱਡਦੇ ਹੋ, ਤੁਸੀਂ ਸਾਨੂੰ ਜਵਾਬ ਦਿਓ। ਜਿਹਦੇ ਤੇ ਉਹਨਾਂ ਦੇ ਇਹ ਵੀ ਸੀਗਾ ਵੀ ਉਹਨਾਂ ਦੇ ਵਿੱਚ ਤੁਹਾਡੇ ਆਗੂ ਵੀ ਸ਼ਾਮਲ ਸੀਗਾ, ਤੁਹਾਡੇ ਔਰਤ ਆਗੂ ਸ਼ਾਮਲ ਸੀਗੇ। ਇਹ 2 ਦੋਸ਼ ਸੀਗੇ ਸਾਡੇ 'ਤੇ। ਚਲੋ ਉਹ ਅਸੀਂ ਉਹਨਾਂ ਨੂੰ ਸਾਫ਼ ਕੀਤਾ ਵੀ ਉਹਦਾ ਕੋਈ ਤੱਥ ਲਿਆਓ। ਪਹਿਲੀ ਗੱਲ ਤਾਂ ਜਿਹੜਾ 26 ਦੀ ਰਾਤ ਵਾਲਾ ਅਸੀਂ ਕਿਹਾ ਵੀ ਕੋਈ ਸਾਡਾ ਆਗੂ, ਨਾ ਮੇਲ ਆਗੂ ਨਾ ਸਾਡਾ ਕੋਈ ਫੀਮੇਲ ਆਗੂ, ਕੋਈ ਨਹੀਂ ਕਿਹਾ ਸਾਡਾ ਉਹਦੇ ਵਿੱਚ ਹੈ ਨਹੀਂ। ਜਾਂ ਕੋਈ ਸਬੂਤ ਲਿਆਓ ਤੁਸੀਂ ਸਾਡਾ ਕੋਈ ਉਹਦਾ, ਤਾਂ ਅਸੀਂ ਉਹਦਾ ਜਵਾਬ ਦੇ ਹਾਂ। ਦੂਜੀ ਗੱਲ ਜਿਹੜੀ ਸੀਗੀ 26 ਜਨਵਰੀ ਨੂੰ ਰਿੰਗ ਰੋਡ 'ਤੇ ਜਾਣ ਵਾਲੀ ਗੱਲ,
ਜੀ ਉਹ ਅਸੀਂ ਕਿਹਾ ਵੀ ਠੀਕ ਹੈ, ਅਸੀਂ ਜਦੋਂ ਆਮ ਜਨਤਾ ਜਿਹੜੀ ਸਾਡਾ ਕਾਡਰ ਵੀ ਹੈ ਜਿਹੜਾ ਉਹ ਮਤਲਬ ਰਿੰਗ ਰੋਡ ਸਾਡਾ ਹੀ ਨਹੀਂ, ਲਗਭਗ ਸਾਰੀਆਂ ਜਥੇਬੰਦੀਆਂ ਦਾ ਕਾਡਰ ਉੱਧਰ ਨੂੰ ਤੁਰ ਪਿਆ ਜਦੋਂ, ਜੀ ਤਾਂ ਫਿਰ ਸਾਡੇ ਲਈ ਸਵਾਲ ਸੀਗਾ ਵੀ ਕੀ ਹੁਣ ਅਸੀਂ ਇੱਥੇ ਇਕੱਲੇ ਖੜੇ ਰੱਗੇ ਅਤੇ ਕਾਡਰ ਨੂੰ ਖੁੱਲ੍ਹਾ ਛੱਡ ਦਈਏ ਵੀ ਉਹਨੂੰ ਜੋ ਕੋਈ ਲੀਡਰ ਲੈ ਕੇ ਆਪਦਾ ਮਗਰ ਲੈ ਜੇ। ਫਿਰ ਸਾਨੂੰ ਲੱਗਿਆ ਵੀ ਉਹ ਕਾਡਰ ਜਾ ਵੜਿਆ ਹੁਣ। ਇਹ ਠੀਕ ਹੈ, ਵੱਖਰੀ ਗੱਲ ਹੈ ਵੀ ਕਾਡਰ ਕਿਉਂ ਜਾ ਵੜਿਆ ਸਾਰੀਆਂ ਜਥੇਬੰਦੀਆਂ ਦਾ, ਜੀ ਇਹ ਸਾਰਿਆਂ ਦੇ ਸਾਡੇ ਸੋਚਣ ਵਾਲਾ ਸਵਾਲ ਸੀ। ਫਿਰ ਅਸੀਂ ਫੈਸਲਾ ਕਰਕੇ ਗਏ ਹਾਂ ਵੀ ਕਾਡਰ ਨੂੰ ਘੱਟੋ ਘੱਟ ਜੇ ਜਾ ਵੀ ਵੜਿਆ ਉਹਨੂੰ ਸਾਂਭ ਗਏ, ਉਹਦੇ ਮੂਹਰੇ ਲੱਗ ਗਏ, ਉਹਨੂੰ ਗਾਈਡ ਕਰ ਗਏ ਤਾਂ ਕਿ ਕੋਈ ਹੋਰ ਤਾਕਤ ਉਹਨੂੰ ਵਰਤ ਨਾ ਸਕੇ। ਇਹ ਅਸੀਂ ਦੋਨੇ ਗੱਲਾਂ ਦੀ ਪਹਿਲੀ ਗੱਲ ਤਾਂ ਸੀਗਾ ਵੀ ਕਹਿੰਦਾ ਵੀ ਸਾਡਾ ਸਬੂਤ ਨਹੀਂ ਕੋਈ ਸਟੇਜ 'ਤੇ ਜਾਣ ਦਾ। ਦੂਜੀ ਦੇ ਅਸੀਂ ਦਿੱਤਾ ਵੀ ਗਏ ਹੈ, ਪਰ ਉਹ ਆਹ ਹਾਲਤ ਬਣ ਗਈ ਜਦੋਂ ਉਦੋਂ ਗਏ ਹੈ। ਚਲੋ ਫਿਰ ਉਹਨਾਂ ਨੇ ਸਾਨੂੰ ਕਹਿਤਾ ਵੀ ਤੁਹਾਨੂੰ ਇੱਕ ਵਾਰੀ ਆਰਜੀ ਤੌਰ 'ਤੇ ਤੁਹਾਨੂੰ ਪ੍ਰੈਸ ਸਾਹਮਣੇ ਪੇਸ਼ ਹੋਣ 'ਤੇ ਤੁਹਾਨੂੰ ਸਟੇਜ 'ਤੇ ਬੋਲਣ 'ਤੇ ਬੈਨ ਕੀਤਾ ਜਾਂਦਾ, ਅਤੇ ਤੁਸੀਂ ਆਹ 3 ਮੈਂਬਰੀ ਕਮੇਟੀ ਇੱਕ ਬਣਾਈ ਹੈ, ਉਹਦੇ ਕੋਲੇ ਤੁਸੀਂ ਆਪਣਾ ਅਪੀਲ ਕਰ ਸਕਦੇ ਹੋ, ਅਤੇ ਉਹ ਜਿਹੜਾ ਹੈਗਾ ਅਪੀਲ ਹੈ ਉਹਦੇ 'ਤੇ ਵਿਚਾਰ ਕਰਕੇ ਤੁਹਾਨੂੰ ਵਾਪਸ ਲੈ ਲਿਆ ਜਾਊਗਾ। ਵੀ ਇੱਕ ਵਾਰੀ ਤੁਹਾਨੂੰ ਤਾਂ ਸਮਝੋ ਟੈਂਪਰੇਰੀ ਤੌਰ 'ਤੇ ਤੁਹਾਨੂੰ ਬੈਨ ਕੀਤਾ ਜਾਂਦਾ, ਸਸਪੈਂਡ ਕੀਤਾ ਜਾਂਦਾ ਸਟੇਜ 'ਤੇ ਬੋਲਣ ਤੋਂ ਅਤੇ ਮੀਟਿੰਗ 'ਚ ਹਾਜ਼ਰ ਹੋਣ ਤੋਂ। ਹੁਣ ਇਹ ਕਿੰਨੇ ਟਾਈਮ ਲਈ ਹੈ ਕੋਈ ਆਇਆ ਉੱਧਰੋਂ ਟਾਈਮ ਵਗੈਰਾ ਜਿਹੜਾ ਤੁਸੀਂ ਅਪੀਲ ਪਾਈ ਹੈ ਕਮੇਟੀ ਨੂੰ? ਉਹ ਅਸੀਂ ਜਦੋਂ ਅਪੀਲ ਅਸੀਂ ਅਗਲੇ ਦਿਨ ਹੀ ਪਾਤੀ ਸੀਗੀ, ਰਿਟਨ ਵੀ ਦੇਤਾ ਸੀ, ਜ਼ਬਾਨੀ ਵੀ ਸਾਰਾ ਕੁਝ ਦੱਸਤਾ ਸੀ ਵੀ ਦੋਨੇ ਚਾਰਜ ਸਾਡੇ 'ਤੇ ਇਹ ਨਹੀਂ ਲੱਗਦੇ। ਅਸੀਂ ਜੁਲਾਈ ਤੋਂ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ, ਸਾਡੀ ਜਥੇਬੰਦੀ 9-10 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਇਹਦੇ 'ਚ ਡਟੀ ਹੋਈ ਆ। ਸਾਡਾ ਇਹਦੇ 'ਚ ਉੱਘਾ ਰੋਲ ਹੈ। ਹੁਣ ਵੀ ਸਾਡੀਆਂ 150 ਟਰਾਲੀਆਂ ਇੱਥੇ ਖੜੀਆਂ ਨੇ। ਅਸੀਂ ਮੋਰਚੇ ਨੂੰ ਜਿੱਤ ਤੱਕ ਲਿਜਾਣਾ ਚਾਹੁੰਦੇ ਹਾਂ, ਕੋਈ ਅਸੀਂ ਮੋਰਚੇ 'ਚ ਫੁੱਟ ਨਹੀਂ ਪਾਉਣਾ ਚਾਹੁੰਦੇ। ਅਸੀਂ ਤੁਹਾਡਾ ਫੈਸਲਾ ਮੰਨ ਕੇ ਠੀਕ ਹੈ, ਇੱਕ ਵਾਰੀ ਅਸੀਂ ਕੋਈ ਇਹਦੇ 'ਚੋਂ ਮਤਲਬ ਇਹ ਨਹੀਂ ਫੁੱਟ ਨਹੀਂ ਪਾਉਣਾ ਚਾਹੁੰਦੇ, ਭਾਵੇਂ ਗਲਤ ਹੈ ਠੀਕ ਹੈ, ਅਸੀਂ ਤੁਹਾਡਾ ਫੈਸਲਾ ਮੰਨਦੇ ਹਾਂ ਅਤੇ ਅਸੀਂ ਅਪੀਲ ਕਰਾਂਗੇ। ਅਸੀਂ ਅਪੀਲ ਕਰਤੀ ਸੀਗੀ ਉਹਦੇ ਕੋਲੇ, ਪਰ ਉਹ ਅਪੀਲ ਹੋਈ ਨੂੰ ਸਮਝ ਲਓ 26 ਤੋਂ ਬਾਅਦ 27 ਤਰੀਕ ਦੀ ਅਪੀਲ ਤੋਂ ਬਾਅਦ ਅੱਜ ਆਪਾਂ 6 ਤਰੀਕ ਨੂੰ ਹੋ ਗਏ, 10-12 ਦਿਨ ਹੋਣ ਵਾਲੇ ਹੋ ਗਏ ਜੀ। ਉਹਨਾਂ ਨੂੰ ਅਸੀਂ ਪੁੱਛਿਆ ਸੀਗਾ ਵੀ ਭਾਈ ਤੁਸੀਂ ਦੱਸੋ ਇਹਦਾ ਕੋਈ ਫੈਸਲਾ ਕਰੋ, ਜਾਂ ਤਾਂ ਇਹਨੂੰ ਵਾਪਸ ਲਓ ਜਾਂ ਕੋਈ ਹੋਰ ਫੈਸਲਾ ਕਰੋ। ਅਤੇ ਉਹਨਾਂ ਨੇ ਚਲੋ ਕਿਹਾ ਵੀ ਅਸੀਂ ਤਾਂ ਫੈਸਲਾ ਕਰਤਾ, ਅਸੀਂ ਤਾਂ ਉਤਲੀ ਲੀਡਰਸ਼ਿਪ ਨੂੰ ਦਿੱਤਾ ਹੋਇਆ। ਉਹ ਤਾਂ ਅਸੀਂ ਪੁੱਛਿਆ ਸੀਗਾ ਵੀ ਜਦੋਂ ਸਾਨੂੰ ਅਪੀਲ ਕਮੇਟੀ ਬਣ ਗਈ, ਅਪੀਲ ਕਮੇਟੀ ਨੂੰ ਅਧਿਕਾਰ ਦੇ ਤੇ ਫਿਰ ਤਾਂ ਕਿਸੇ ਤੋਂ ਹੋਰ ਪੁੱਛਣ ਦੀ ਲੋੜ ਹੀ ਨਹੀਂ। ਦੂਜੀ ਗੱਲ ਹੈਗੀ ਆ ਵੀ ਜਿਹੜਾ ਆਲ ਇੰਡੀਆ ਸੰਯੁਕਤ ਕਿਸਾਨ ਮੋਰਚਾ ਉਹਦੇ 'ਚ ਏਜੰਡਾ ਹੀ ਹੈ ਨਹੀਂ, ਇਹ ਇਕੱਲਾ ਬੱਤੀਆਂ ਦਾ ਮਾਮਲਾ ਹੈਗਾ। ਅਤੇ ਇਸ ਕਰਕੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਮਤਲਬ ਅਸੀਂ ਤੁਹਾਡਾ 1-2 ਦਿਨਾਂ ਤੱਕ ਤੁਹਾਨੂੰ ਵਾਪਸ ਕਰਾਂਗੇ ਅਸੀਂ, ਤੁਸੀਂ ਹਜੇ ਕਹਿਣ ਦਾ ਭਾਵ ਇਹਨੂੰ ਹੋਰ ਨਾ ਇਹਨੂੰ ਤੁਸੀਂ ਗਾਹਾਂ ਵਧਾਇਓ। ਚਲ ਇਹੋ ਜਿਹੀ ਸੀਗੀ। ਚਲ ਅਸੀਂ ਹੁਣ ਇਹ ਇੰਨਾ ਫੈਸਲਾ ਕੀਤਾ ਅੱਜ ਵੀ ਅਸੀਂ ਠੀਕ ਹੈ, ਉਹ ਤਾਂ ਅੰਦਰ ਅਪੀਲ ਕੀਤੀ ਸੀਗੀ, ਹਜੇ ਅਸੀਂ ਕੋਈ ਉਲੰਘਣਾ ਨਹੀਂ ਕਰਦੇ ਵੀ ਅਸੀਂ ਜ਼ਬਰਦਸਤੀ ਸਟੇਜ 'ਤੇ ਜਾਵਾਂਗੇ ਜਾਂ ਜ਼ਬਰਦਸਤੀ ਅਸੀਂ ਮੀਟਿੰਗ 'ਚ ਜਾਵਾਂਗੇ। ਪਰ ਹੁਣ ਅਸੀਂ ਓਪਨ ਫੈਸਲਾ ਕਰ ਲਿਆ ਵੀ ਓਪਨ ਅਪੀਲ ਵੀ ਕਰਾਂਗੇ। ਉਸ ਜਿਹੜੀ ਅਪੀਲ ਕਮੇਟੀ ਹੈ ਵੀ ਇਹ ਜਿਹੜਾ ਹੁਣ ਜਿਹੜਾ ਸਰਕਾਰ ਦਾ ਅਟੈਕ ਹੈਗਾ ਵੀ ਇਹਦੇ 'ਚ ਇਕਜੁੱਟਤਾ ਦੀ ਲੋੜ ਹੈ ਮੋਰਚੇ ਨੂੰ ਸਿਰੇ ਲਾਉਣ ਦੀ ਖਾਤਰ। ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਦੇ ਆਧਾਰ 'ਤੇ ਸਾਡੇ ਹਿਸਾਬ ਨਾਲ ਵੀ ਇਹ ਜੇ ਕਿਸੇ ਨੂੰ ਇਹੋ ਜਿਹੀ ਸਸਪੈਂਸ਼ਨ ਵਾਲੀ ਗੱਲ ਹੁੰਦੀ ਹੈ, ਇਹਦੇ ਨਾਲ ਦਫਾੜ ਵਾਲਾ ਨਕਸ਼ਾ ਜਾਊਗਾ, ਇਹ ਨਹੀਂ ਜਾਣਾ ਚਾਹੀਦਾ। ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਓਪਨਲੀ ਅਪੀਲ ਕਰਨ ਦਾ ਅਸੀਂ ਫੈਸਲਾ ਕੀਤਾ ਵੀ ਉਹ ਜਿਹੜੀ ਇਹ ਸਸਪੈਂਸ਼ਨ ਵਾਲੀ ਗੱਲ ਹੈਗੀ ਹੈ ਇਹਨੂੰ ਵਾਪਸ ਲੈਣ, ਤਾਂ ਕਿ ਜਿਹੜੀ ਇਕਜੁੱਟਤਾ ਨਾਲ ਮੋਰਚੇ ਨੂੰ ਅੱਗੇ ਵਧਾਇਆ ਜਾ ਸਕੇ। ਲੋਕ ਕਹਿੰਦੇ ਆ ਵੀ ਲੋਕ ਏਕਾ ਦਿਖਾਓ, ਲੋਕਾਂ ਦੇ ਵੀ ਇਹੀ ਕਮੈਂਟ ਆਉਂਦੇ ਆ, ਲੋਕਾਂ ਦੀ ਰਾਏ ਵੀ ਇਹੀ ਹੈ ਵੀ ਏਕਾ ਹੋਣਾ ਚਾਹੀਦਾ, ਜਿਹੜੀਆਂ ਵੀ ਕੋਈ ਵੀ ਕੰਟਰੋਵਰਸੀ ਉਹਨੂੰ ਪਿੱਛੇ ਰੱਖਿਆ ਜਾਵੇ। ਜਥੇਬੰਦੀਆਂ ਵੀ ਇਹ ਕਹਿੰਦੀਆਂ ਗੀਆਂ ਵੀ ਏਕਾ ਦਿਖਾਓ, ਪਰ ਇਹ ਹੁੰਦਾ ਨਹੀਂ। ਬਹੁਤ ਸਾਰੀਆਂ ਗੱਲਾਂ ਗੀਆਂ, ਇਹ ਕ੍ਰੈਡਿਟ ਵਾਰ ਵੀ ਆ, ਹੀਰੋਇਜ਼ਮ ਵਾਲਾ ਚੱਕਰ ਵੀ ਆ। ਫਿਰ ਇਹੋ ਜਿਹੇ ਸਵਾਲ ਵੀ ਉੱਠਦੇ ਆ ਵੀ ਪੱਤਰਕਾਰ ਵੀ ਇਹ ਸਵਾਲ ਨਾ ਪੁੱਛਿਆ ਕਰਨ, ਪਰ ਜਦੋਂ ਆਪਸ ਦੇ ਵਿੱਚ ਹੀ ਇੰਨੀਆਂ ਗੱਲਾਂ ਗੀਆਂ, ਸਵਾਲ ਪੁੱਛਣੇ ਤਾਂ ਬਣਦੇ ਆ। ਬੜੀਆਂ ਸਾਰੀਆਂ ਵੀਡੀਓਜ਼ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਗੀਆਂ, ਵੀਡੀਓਜ਼ 'ਤੇ ਬੜੇ ਇਲਜ਼ਾਮ ਵੀ ਲੱਗ ਰਹੇ ਆ ਵੀ ਸਾਡੇ ਕੋਲੇ CCTV ਫੁਟੇਜ ਆ, ਵੱਡੇ ਸਮਝੌਤੇ ਹੋ ਗਏ। ਇਹ ਚੱਕਰ ਕੀ ਆ? ਇਹ ਜੀ ਕੋਈ ਸਰਕਾਰ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕਿ ਚੱਲ ਨਹੀਂ ਰਹੀ, ਕਿ ਤੁਹਾਡੀ ਨੌਲੇਜ ਦੇ ਵਿੱਚ ਨਹੀਂ? ਵੇਖੋ ਜੀ, ਜਿਹੜੀ ਉਹ ਵੀਡੀਓ ਆਈ ਹੈ ਮੈਂ ਵੀ ਵੇਖੀ ਆ, ਉਹ ਕੱਲ੍ਹ ਸ਼ਾਇਦ ਸੁਰਿੰਦਰ ਸਿੰਘ ਹੈ ਕੋਈ ਪੱਤਰਕਾਰ ਹੈ ਜੀ, ਜਿਹਨਾਂ ਨੇ ਉਹ TDI ਮਾਲ ਹੈ ਜਿਹੜਾ ਉਹਦੇ 201 ਤੇ 202 ਨੰਬਰ ਦੇ ਕਮਰਿਆਂ ਦੇ ਵਿੱਚ ਜਿਹੜੀਆਂ ਗੁਪਤ ਮੀਟਿੰਗਾਂ ਹੋਈਆਂ ਨੇ ਜੀ ਦਿੱਲੀ ਦੇ ਅਧਿਕਾਰੀਆਂ ਨਾਲ, ਅਤੇ ਜਿਹੜਾ ਇੱਧਰ ਪੰਜਾਬ ਦੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੈ ਉਹ ਸਾਨੂੰ ਨਹੀਂ ਪਤਾ, ਸਾਡੇ ਤਾਂ ਕੋਈ ਨੋਟਿਸ 'ਚ ਨਹੀਂ ਸੀਗਾ ਇਹੋ ਜਿਹਾ ਕੋਈ, ਨਾ ਕੋਈ ਸਾਨੂੰ ਕੋਈ ਮੀਟਿੰਗ 'ਚ ਇਹੋ ਜਿਹੀ ਕੋਈ ਰਿਪੋਰਟ ਕੀਤੀ ਹੈ ਵੀ TDI ਮਾਲ ਦੇ ਵਿੱਚ ਕੋਈ ਹੋਈ ਹੈ। ਅਤੇ ਉਹਦੇ ਵਿੱਚ ਜਿੱਥੇ ਤੱਕ ਹੈਗਾ ਵੀ ਸਾਡਾ ਉਹਦੇ ਵਿੱਚ ਕੋਈ ਨਹੀਂ। ਉਹ ਮੈਂ ਵੀ ਵੇਖਿਆ ਵੀ ਉਹ ਨਾਂ ਵੀ ਆਇਆ ਵੀ ਸਰਜੀਤ ਸਿੰਘ ਡੱਲੇਵਾਲ,
ਤੇ ਉਹ ਪਰ ਉਹਨੇ ਆਪ ਹੀ ਜਿਹੜਾ ਪੱਤਰਕਾਰ ਨੇ ਕਿਹਾ ਵੀ ਇਹ ਮੈਂ ਗਲਤੀ ਨਾਲ ਨਹੀਂ ਪਾਇਆ, ਇਹਦੇ ਵਿੱਚ ਇੱਕ ਨਾਂ 'ਚ ਦੋ ਬੰਦੇ ਸ਼ਾਮਲ ਨੇ, ਪਰ ਇਹ ਸਾਡਾ ਇਨਕੁਆਇਰੀ ਵਾਲਾ ਹਜੇ ਇਨਕੁਆਇਰੀ ਵਾਲਾ ਹੈਗਾ ਵੀ ਇਹ ਦੋ ਬੰਦੇ ਆ ਜਿਹੜੇ ਇੱਕ ਨਾਂ ਥੱਲੇ, ਇਹਨਾਂ 'ਚੋਂ ਕੌਣ ਉਹਦੇ ਵਿੱਚ ਹੈਗਾ ਕੌਣ ਨਹੀਂ ਹੈਗਾ। ਤਾਂ ਮੈਂ ਸਾਫ਼ ਹੀ ਕਰਦਾ ਵੀ ਸਾਡਾ ਕੋਈ TDI ਮਾਲ ਦਿਨਾਂ 'ਚ ਜਿਹੜੀਆਂ ਮੀਟਿੰਗਾਂ ਹੋਈਆਂ ਨਾ ਸਾਨੂੰ ਉਹਦਾ ਪਤਾ ਸੀਗਾ ਅੱਜ ਤੱਕ, ਨਾ ਸਾਡੇ ਉਹਦੇ 'ਚ ਕੋਈ ਸਮੂਲੀਅਤ ਹੈ। ਤੇ ਜੇ ਉਹਨਾਂ ਕੋਲੇ ਕੋਈ ਹੈਗਾ ਠੀਕ ਹੈ, ਆਪੇ ਉਹ ਜਿਹੜੇ ਆਗੂ ਆ ਉਹ ਜਵਾਬਦੇਹ ਹੋਣਗੇ, ਉਹ ਮੀਡੀਆ ਸਾਹਮਣੇ ਵੀ ਜਵਾਬਦੇਹ ਹੋਣਗੇ। ਜਦੋਂ ਉਹਨਾਂ ਨੇ ਮੀਡੀਆ ਵਾਲਿਆਂ ਨੇ ਜੇ ਸਾਰੇ ਫੋਟੇਜ ਕੱਢ ਕੇ ਰੱਖਤੀ ਮੂਹਰੇ, ਫੋਟੋਆਂ ਰੱਖਤੀਆਂ, ਉਹ ਤਾਂ ਫਿਰ ਜਵਾਬ ਤਾਂ ਦੇਣਾ ਹੀ ਪੈਣਾ। ਤੁਹਾਨੂੰ ਲੱਗਦਾ ਗਾ ਵੀ ਬੈਕ ਸਟੇਜ ਜਾਂ ਅੰਡਰ ਦੀ ਟੇਬਲ ਕੋਈ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਆ? ਕਿਉਂਕਿ ਸਾਰੇ ਕਹਿ ਰਹੇ ਆ ਅੰਦਰ ਖਾਤੇ ਵੀ ਕੁਛ ਨਾ ਕੁਛ ਖਿਚੜੀ ਪੱਕ ਰਹੀ ਆ। ਦੇਖੋ ਜੀ, ਜਿਹੜੀ ਸਾਡੀ ਲਾਸਟ ਮੀਟਿੰਗ ਹੋਈ ਆ ਸਰਕਾਰ ਨਾਲ ਜੀ 22 ਜਨਵਰੀ ਨੂੰ 20 ਨੂੰ ਹੋਈ ਹੈ। 22 ਜਨਵਰੀ ਨੂੰ ਤਾਂ ਮੀਟਿੰਗ ਹੋਈ ਨਹੀਂ, ਉਹ ਤਾਂ 15 ਮਿੰਟਾਂ ਦੀ ਮੀਟਿੰਗ ਹੈ। ਉਹ ਭਾਵੇਂ ਅਸੀਂ 5 ਘੰਟੇ ਬੈਠੇ ਰਹੇ ਹਾਂ ਉੱਥੇ, ਪਰ ਮੀਟਿੰਗ 15 ਮਿੰਟ ਹੀ ਕਹਿ ਸਕਦੇ ਹਾਂ ਆਪਾਂ। 15 ਮਿੰਟਾਂ 'ਚ ਉਹਨਾਂ ਨੇ ਸਿੱਧਾ ਨਿਬੇੜਤਾ ਵੀ ਭਾਈ ਤੁਸੀਂ ਸਾਡੀ ਜਿਹੜੀ 1.5 ਸਾਲ ਦੀ ਪ੍ਰਪੋਜ਼ਲ ਹੈ ਉਹ ਤੁਸੀਂ ਮੰਨੀ ਨਹੀਂ, ਉਹ ਤੁਸੀਂ ਰੱਦ ਕਰਤੀ। ਸਾਨੂੰ ਦੱਸਣ ਤੋਂ ਪਹਿਲਾਂ ਤੁਸੀਂ ਪ੍ਰੈਸ ਨੂੰ ਵੀ ਦੱਸਤਾ। ਇਸ ਕਰਕੇ ਜੇ ਤਾਂ ਤੁਸੀਂ ਉਹਦੇ 'ਤੇ ਸਹਿਮਤੀ ਬਣਦੀ ਹੈ ਤਾਂ ਆਪਾਂ ਬਹਿ ਸਕਦੇ ਹਾਂ, ਨਹੀਂ ਆਪਣੀ ਗੱਲਬਾਤ ਵੀ ਸਮਾਪਤ, ਆਪਣੀ ਮੀਟਿੰਗ ਵੀ ਸਮਾਪਤ। ਐਂ ਕਹਿ ਕੇ ਉਹ ਉੱਠ ਕੇ ਚਲੇ ਗਏ ਸੀਗੇ। ਇਸ ਕਰਕੇ ਉਦੋਂ ਤੱਕਰ ਜਿਹੜੀ ਉਦੋਂ ਪਹਿਲਾਂ 20 ਦੀ ਮੀਟਿੰਗ ਹੋਈ ਹੈ, ਉਦੋਂ ਠੀਕ ਆ ਆਹ ਜਿਹੜੇ ਪ੍ਰਪੋਜ਼ਲ ਆ ਉਹਨਾਂ ਦੇ 1.5 ਸਾਲ ਵਾਲੀ ਵੀ 1.5 ਸਾਲ ਲਈ ਸਸਪੈਂਡ ਕਰ ਦਿੰਦੇ ਆ। ਇੱਕ ਕਮੇਟੀ ਬਣਾ ਲੈਂਦੇ ਆ ਸਾਂਝੀ, ਜਿਹੜੀ ਕਿ ਉਹ ਆਪਣੀ ਰਿਪੋਰਟ ਦੇਊਗੀ। ਜੋ ਉਹਨੇ ਰਿਪੋਰਟ ਦਿੱਤੀ, ਰਿਕਮੈਂਡੇਸ਼ਨਾਂ ਦਿੱਤੀਆਂ, ਉਹਨੂੰ ਅਸੀਂ ਵੀ ਮੰਨਾਂਗੇ, ਤੁਸੀਂ ਵੀ ਮੰਨੋ। ਉਨੇ ਚਿਰ ਲਈ ਤੁਸੀਂ ਜਿਹੜਾ ਆਪਣਾ ਘੋਲ ਹੈ ਇਹਨੂੰ ਵਾਪਸ ਲੈ ਜਾਓ, ਕਿਸਾਨਾਂ ਨੂੰ ਵਾਪਸ ਲੈ ਜਾਓ, ਪਿੰਡਾਂ ਨੂੰ। ਅਸੀਂ ਉਹ ਰੱਦ ਕਰਤੀ ਹੈ ਵੀ ਉਦੋਂ ਬਿਨਾਂ ਕੋਈ ਅੰਦਰ ਖਿਚੜੀ ਪੱਕ ਰਹੀ ਹੈ ਕੋਈ, ਜਾਂ ਸਰਕਾਰ ਨਾਲ ਕੋਈ ਸਮਝੌਤੇ ਦੀ ਪੱਕ ਰਹੀ ਹੈ। ਮੇਰੇ ਹਿਸਾਬ ਨਾਲ ਸਾਡੇ ਤਾਂ ਇਹ ਨਹੀਂ, ਜੇ ਪੱਕ ਰਹੀ ਹੋਊਗੀ ਪਰ ਇਹਨੂੰ ਲੋਕ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਜਿਹੜੇ ਅੰਦਰ ਖਾਤੇ ਆ, ਵੇਖੋ ਪਹਿਲਾਂ ਕਿੰਨੇ ਅੰਦਰ ਖਾਤੇ ਸਮਝੌਤੇ ਹੋਏ ਨੇ। ਫੂਲ ਸਾਹਿਬ, ਜਿਹੜੇ ਇਲਜ਼ਾਮ ਲੱਗੇ ਆ, ਇੱਕ ਪੱਤਰਕਾਰ ਵੱਲੋਂ ਇਲਜ਼ਾਮ ਲਾਏ ਗਏ ਆ, ਇਲਜ਼ਾਮ ਬੜੇ ਵੱਡੇ ਆ, ਤੁਸੀਂ ਕੀ ਮੰਨਦੇ ਹੋ ਵੀ ਹੋ ਸਕਦਾ ਕਿ ਇੱਦਾਂ ਦਾ ਕੁਛ ਬਿਨਾਂ ਤੱਥਾਂ ਦਾ ਤਾਂ ਕੋਈ ਇਲਜ਼ਾਮ ਨਹੀਂ ਲਾ ਸਕਦਾ ਬੰਦਾ? ਬਕਾਇਦਾ ਵੱਡੀਆਂ ਮੁਲਾਕਾਤਾਂ ਵੀਡੀਓਜ਼ ਆ ਰਹੀਆਂ ਗੀਆਂ ਸੁਰਿੰਦਰ ਸਿੰਘ ਜੀ ਦੀਆਂ, ਬੜੇ ਠੋਸ ਤਰੀਕੇ ਦੇ ਨਾਲ ਪੇਸ਼ ਕੀਤੀ ਹੋਈ ਹੈ ਗੱਲ। ਤੁਹਾਨੂੰ ਕੀ ਲੱਗਦਾ ਹੈਗਾ ਵੀ ਹੈਗੀ ਇਹੋ ਜਿਹੀ ਕੋਈ ਗੱਲ? ਕਿਉਂਕਿ ਤੁਸੀਂ ਉਹ ਲੀਡਰਸ਼ਿਪ ਦੇ ਵਿੱਚੋਂ, ਤੁਸੀਂ ਵੀ ਵੱਡੇ ਆਗੂਆਂ 'ਚ ਆਉਣੇ ਹੋ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਗੀਆਂ, ਪਹਿਲਾਂ ਵੀ ਜਿਵੇਂ ਬਗਰਾੜੀ ਦਾ ਮੋਰਚਾ ਲੱਗਿਆ ਜਾਂ ਹੋਰ ਅੰਦੋਲਨ ਚੱਲੇ ਆ, ਬਾਅਦ ਦੇ ਵਿੱਚ ਸਾਲ 2 ਸਾਲ ਬਾਅਦ ਬੰਦੇ ਰੌਲਾ ਪਾਈ ਜਾਂਦੇ ਹੁੰਦੇ ਆ, ਫਲਾਨੇ ਨੇ ਆਹ ਕਰਿਆ, ਫਲਾਨਾ ਇੰਨੇ ਪੈਸੇ ਸਿੱਟ ਗਿਆ, ਫਲਾਨਾ ਐਂ ਕਰ ਗਿਆ। ਤੁਹਾਨੂੰ ਨਹੀਂ ਲੱਗਦਾ ਵੀ ਹੁਣੇ ਸਵਾਲ ਪੁੱਛਣੇ ਚਾਹੀਦੇ ਆ? ਕਿਉਂਕਿ ਕਾਫੀ ਲੋਕ ਸਾਨੂੰ ਵੀ ਕਹਿ ਦਿੰਦੇ ਵੀ ਸਵਾਲ ਨਾ ਪੁੱਛੋ, ਕੰਟਰੋਵਰਸੀ ਨਾ ਕ੍ਰੀਏਟ ਕਰੋ। ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਹੀ ਇਹ ਅੰਦੋਲਨ ਦੇ ਵਿੱਚ, ਇਹ ਮੋਰਚਿਆਂ ਦੇ ਉੱਤੇ ਹੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਗਾ? ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ ਇਹਨੂੰ ਕਹਿੰਦੇ ਨੇ ਅਸੀਂ ਪਾਰਦਰਸ਼ੀ ਢੰਗ ਨਾਲ ਅਸੀਂ ਐਜੀਟੇਸ਼ਨ ਹੁਣ ਤੱਕ ਲੜੀ ਹੈ। ਪਾਰਦਰਸ਼ੀ ਦਾ ਮਤਲਬ ਹੁੰਦਾ ਵੀ ਲੀਡਰਸ਼ਿਪ ਤੇ ਲੋਕਾਂ ਦੇ ਸੰਨ 'ਚ ਕੋਈ ਪੜਦਾ ਨਹੀਂ। ਜੋ ਵੀ ਲੀਡਰਸ਼ਿਪ ਕਰਦੇ ਹੈ ਉਹ ਲੋਕਾਂ ਦੇ ਮਤਲਬ ਲੋਕਾਂ ਦੀ ਨਿਗਾਹ 'ਚ ਹੁੰਦਾ, ਲੋਕਾਂ ਦੀ ਨਿਗਾਹ ਤੋਂ ਬਾਹਰਲਾ ਕੁਝ ਵੀ ਨਹੀਂ ਹੁੰਦਾ। ਇਹੀ ਪਾਰਦਰਸ਼ੀ ਹੁੰਦੀ ਹੈ ਵੀ ਦੋਹਾਂ ਨੂੰ, ਲੀਡਰਸ਼ਿਪ ਦਾ ਲੋਕਾਂ ਨੂੰ ਦਿੰਦੇ ਹੁੰਦੇ ਆ, ਲੋਕਾਂ ਵਾਲੀ ਗੱਲ ਲੀਡਰਸ਼ਿਪ ਨੂੰ ਦਿੰਦੀ ਹੁੰਦੀ ਹੈ, ਸੰਨ 'ਚ ਕੋਈ ਪੜਦਾ ਨਹੀਂ ਹੁੰਦਾ। ਪਰ ਵੀ ਜੇ ਇਹ ਪਾਰਦਰਸ਼ੀ ਢੰਗ ਨੂੰ ਛੱਡ ਕੇ, ਅਸੀਂ ਤਾਂ ਯਤਨ ਕੀਤਾ ਇਹਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਖਾਤਰ, ਜਿਹਦੇ ਕਰਕੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਵੀ ਕੀਤਾ, ਰੱਬ ਜਿੰਨਾ ਵਿਸ਼ਵਾਸ ਕੀਤਾ। ਮੈਨੂੰ ਲੱਗਦਾ ਅਜੇ ਤੱਕ ਵੀ ਪੋਲੀਟੀਕਲ ਪਾਰਟੀਆਂ ਤੇ ਵਿਸ਼ਵਾਸ ਨਹੀਂ ਜਿੰਨਾ ਉਹ ਕਿਸਾਨ ਜਥੇਬੰਦੀਆਂ ਤੇ ਵਿਸ਼ਵਾਸ ਅੱਜ ਤੱਕ ਵੀ ਕਰ ਰਹੇ ਆ। ਤੇ ਜੇ ਕੋਈ ਇਹੋ ਜਿਹੀ ਗੱਲ ਹੋਈ ਵੀ ਲੋਕਾਂ ਦੀ ਪਿੱਠ ਪਿੱਛੇ ਜਾਂ ਲੋਕਾਂ ਦੀਆਂ ਅੱਖਾਂ ਤੋਂ ਓਹਲੇ, ਜੇ ਕੋਈ ਇਹੋ ਜਿਹੀ ਗੱਲ ਹੋਈ ਜਿਹਦੀ ਗਾਹਾਂ ਚੱਲ ਲੋਕ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਕੋਈ ਰਿਪੋਰਟ ਨਾ ਹੋਈ, ਤਾਂ ਉਹਦੇ ਤਾਂ ਸ਼ੰਕੇ ਉੱਠਣਗੇ, ਉਹਦੇ 'ਤੇ ਲੋਕਾਂ 'ਚ ਵੀ ਉੱਠਣਗੇ, ਜਥੇਬੰਦੀਆਂ 'ਚ ਵੀ ਉੱਠਣਗੇ। ਤੇ ਪਰ ਜਿੰਨਾ ਚਿਰ ਤੱਕ ਤੁਸੀਂ ਆਹ ਗੱਲ ਕਰਦੇ ਹੋ ਵੀ ਤਾਂ ਤੱਥ ਨਹੀਂ ਆਉਂਦਾ ਕੋਈ, ਹੋ ਸਕਦਾ ਪੱਤਰਕਾਰ ਦੇ ਕੋਲੇ ਕੋਈ ਫੈਕਟ ਹੋਵੇ ਹੀ ਨਾ, ਉਹੀ ਸਨਸਨੀ ਫੈਲਾਉਣ ਦੀ ਖਾਤਰ ਕੀਤਾ ਹੋਵੇ। ਸੋ ਜਿੰਨਾ ਚਿਰ ਕੋਈ ਫੈਕਟ ਨਹੀਂ ਆਉਂਦਾ, ਅਸੀਂ ਕਹਿੰਦੇ ਆ ਵੀ ਸੁਰਿੰਦਰ ਸਿੰਘ ਜੋ ਕੋਈ ਹੈਗਾ ਵੀ ਇਕੱਲਾ ਉਹ ਫੈਕਟ ਲੈ ਕੇ ਆਵੇ। ਜੇ ਫੈਕਟ ਆ ਜਾਣਗੇ ਸਾਹਮਣੇ, ਤੱਥ ਆ ਜਾਣਗੇ, ਤੱਥਾਂ ਤਾਂ ਫਿਰ ਕੋਈ ਮੁਨਕਰ ਨਹੀਂ ਹੋ ਸਕੂਗਾ। ਉਹਨਾਂ ਚਿਰ ਜਿੰਨਾ ਚਿਰ ਤੱਥ ਨਹੀਂ ਆਉਂਦੇ ਉਹਨਾਂ ਚਿਰ ਅਜੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਇੱਕ ਵੱਡੀ ਗੱਲ ਇਹ ਵੀ ਉੱਠਦੀ ਆ ਵੀ ਜਿਹੜੇ ਨੌਜਵਾਨ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਵੀ ਪਰਚੇ ਰੱਦ ਕਰਾਉਣ ਦੀ ਗੱਲ ਤੁਸੀਂ ਮੰਗ ਕਰਦੇ ਹੋ ਵੀ ਪਰਚੇ ਰੱਦ ਕੀਤੇ ਜਾਣ? ਬਿਲਕੁਲ ਜੀ, ਅਸੀਂ ਕਹਿੰਦੇ ਆ ਵੀ ਜੋ ਵੀ ਉੱਥੇ ਘਟਨਾਵਾਂ ਹੋਣਗੀਆਂ ਉਹ ਹੁੰਦਾ ਕ੍ਰਾਈਮ, ਉਹ ਓਫੈਂਸ ਉਹ ਬਣਦਾ ਹੁੰਦਾ ਜੋ ਕਿਸੇ ਨੇ ਮਿਥ ਕੇ ਵੀ ਆਪਾਂ ਮਤਲਬ ਕਿਸੇ ਨੂੰ ਮਾਰਨਾ, ਕਿਸੇ ਦੀ ਲੱਤ ਬਾਂਹ ਤੋੜਨੀ ਹੈ, ਕਿਸੇ ਦੀ ਪੁਲਿਸ ਵਾਲਿਆਂ ਦੀ ਲੱਤ ਤੋੜਨੀ ਹੈ, ਪਹਿਲਾਂ ਬੰਦਾ ਪ੍ਰੀ ਪਲਾਨਡ ਕਰਕੇ ਆਇਆ ਹੋਵੇ। ਅਸਲ ਵਿੱਚ ਕ੍ਰਾਈਮ ਉਹ ਹੁੰਦਾ ਸਾਡੇ ਹਿਸਾਬ ਨਾਲ ਜਿਹੜੀਆਂ ਉੱਥੇ ਘਟਨਾਵਾਂ ਹੋਈਆਂ ਉਹਦੇ ਉਹ ਅਚਾਨਕ ਹੋਈਆਂ ਨੇ।
ਕਿਸੇ ਨੂੰ ਨਹੀਂ ਕੋਈ ਪਤਾ ਸੀ ਵੀ ਅਸੀਂ ਮਤਲਬ ਜਿਹੜੇ ਉਹ ਸਾਰੀਆਂ ਜੋ ਕੁਝ ਵਾਪਰਿਆ ਉਹ ਅਚਾਨਕ ਵਾਪਰਿਆ। ਇਸ ਕਰਕੇ ਜੋ ਅਚਾਨਕ ਵਾਪਰੇ 'ਚ ਠੀਕ ਹੈ, ਜਿਹਦੇ ਵਿੱਚ ਇੱਕ ਨੌਜਵਾਨ ਦੇ ਇੱਧਰੋਂ ਸਾਡੇ ਕਿਸਾਨ ਦੇ ਨਵਰੀਤ ਹੈ ਜਿਹੜਾ ਇਕੱਲਾ ਮਾਪਿਆਂ ਦਾ ਲੜਕਾ ਸੀਗਾ, ਚੰਗਾ ਵੈਲ ਸੈਟਲਡ ਫੈਮਿਲੀ ਸੀਗੀ, ਉੱਗਾ ਉਹਦਾ ਨਾਂ ਹੈ ਉਸ ਫੈਮਿਲੀ ਦਾ, ਸਾਰੇ ਪੰਜਾਬ 'ਚ ਨਹੀਂ ਇੰਡੀਆ 'ਚ ਨਾਂ ਹੈਗਾ, ਇੱਕ ਇੱਜ਼ਤਦਾਰ ਲੋਕ ਪੱਖੀ ਫੈਮਿਲੀ ਦੇ ਤੌਰ 'ਤੇ ਵੀ ਉਹਨਾਂ ਦਾ ਲੜਕਾ ਗਿਆ। ਨੁਕਸਾਨ ਤਾਂ ਸਾਡਾ ਹੋਇਆ, ਇਸ ਕਰਕੇ ਵੀ ਨੁਕਸਾਨ ਵੀ ਸਾਡਾ ਹੋ ਗਿਆ ਅਤੇ ਉਲਟਾ ਦੋਸ਼ੀ ਵੀ ਸਾਨੂੰ ਬਣਾ ਕੇ ਅਤੇ ਜਿਹੜਾ ਨੌਜਵਾਨ ਜਾਵੜੇ ਉਹਨਾਂ 'ਤੇ ਇਹ ਜਿਹੜੇ ਪਰਚੇ ਦਰਜ ਕਰਨੇ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ। ਅਸੀਂ ਤਾਂ ਉਹਦੀ ਨਿਖੇਧੀ ਕਰਦੇ ਹਾਂ, ਮੰਗ ਕਰਦੇ ਹਾਂ ਉਹਦੀ ਵੀ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਹੈ ਉਹ ਭਾਵੇਂ ਕਿਸੇ ਦੇ ਲੀਡਰ ਕਰਕੇ, ਕਿਸੇ ਲੀਡਰਸ਼ਿਪ ਦੀ ਗਲਤੀ ਕਰਕੇ ਜਾਂ ਕਿਸੇ ਲੀਡਰ ਦੇ ਪਿਛਲਾਵੇ 'ਚ ਆ ਕੇ ਜੋ ਵੀ ਗਾੜੇ ਉਹਨਾਂ ਨੂੰ ਸਾਰਿਆਂ ਨੂੰ ਬਾਇਜ਼ਤ ਛੱਡਣਾ ਚਾਹੀਦਾ। ਕੇਸ ਹੈ ਉਹਨਾਂ ਦੇ ਰੱਦ ਕਰਨੇ ਚਾਹੀਦੇ ਆ। ਜੀ, ਤੁਸੀਂ ਨੌਜਵਾਨਾਂ ਨੂੰ ਛੱਡਣ ਦੀ ਗੱਲ ਕੀਤੀ ਹੈ ਵੀ ਬਾਇਜ਼ਤ ਛੱਡਣਾ ਚਾਹੀਦਾ। ਹੁਣ ਇਹ ਨੌਜਵਾਨਾਂ ਦੇ ਵਿੱਚ ਉਹ ਵੀ ਆਉਂਦੇ ਜਿਨ੍ਹਾਂ ਤੇ ਲੱਖ ਲੱਖ ਰੁਪਏ ਦਾ ਨਾਮ ਆ, ਤੇ ਉਹ ਵੀ ਆਉਂਦੇ ਆ ਜਿਨ੍ਹਾਂ ਦੇ 50-50 ਹਜ਼ਾਰ ਦਾ ਨਾਮ ਆ, ਖਾਸ ਕਰਕੇ ਵੱਡੇ ਚਿਹਰੇ ਆਉਂਦੇ ਆ, ਲੱਖਾ ਸਿੰਘ ਸਿਧਾਣਾ, ਦੀਪ ਸਿੱਧੂ। ਉਹਨਾਂ ਬਾਰੇ ਫਿਰ ਕੀ ਸੋਚਦੇ ਹੋ? ਉਹ ਵੀ ਇਸ ਅੰਦੋਲਨ ਦਾ ਹਿੱਸਾ ਹੀ ਰਹੇ ਨੇ ਹੁਣ ਤੱਕ। ਦੇਖੋ ਜੀ, ਜਿਹੜਾ ਤੁਸੀਂ ਐਂ ਕਹਿੰਦੇ ਵੀ ਜੇ ਮੰਨ ਲਗੇ, ਅਸੀਂ ਤਾਂ ਕਹਿ ਸਕਦੇ ਹਾਂ ਵੀ ਸਾਡੇ 'ਤੇ ਹਮਲਾ ਹੋਇਆ, ਸਾਡੇ ਇੱਕ ਨੌਜਵਾਨ ਦੇ ਲੱਤ 'ਚ ਗੋਲੀ ਵੱਜੀ ਹੈ, ਇੱਕ ਦੇ ਸਿਰ 'ਚ ਗੋਲੀ ਵੱਜੀ ਹੈ ਜੀ, ਹੋਰ ਕਿੰਨਿਆਂ ਦੇ ਸੱਟਾਂ ਵੱਜੀਆਂ ਨੇ। ਪੁਲਿਸ ਵਾਲੇ ਦੇ ਤਾਂ ਕਿਸੇ ਦੇ ਵੱਜੇ ਨਹੀਂ। ਉਹ ਜੇ ਕਹਿਣਾ ਹੋਵੇ ਉਹ ਸਾਡੇ 'ਤੇ ਇੱਕੋ ਦੋਸ਼ ਲਾਉਂਦੇ ਆ, ਜਿਹੜਾ ਮੀਡੀਆ ਹੁਣ ਤੱਕ 26 ਤੋਂ ਬਾਅਦ ਵੀ ਇਹਨਾਂ ਨੇ ਉਹ ਰਾਸ਼ਟਰੀ ਝੰਡੇ ਦਾ ਅਪਮਾਨ ਕਰਕੇ ਬਹੁਤ ਰਾਸ਼ਟਰ ਵਿਰੋਧੀ ਕਰਮ ਜਾਂ ਦੇਸ਼ ਧਰੋਹੀ ਵਾਲਾ ਕਰਮ ਕੀਤਾ। ਅਸੀਂ ਕਹਿੰਦੇ ਹਾਂ ਵੀ ਬੀਜੇਪੀ ਹੈ ਜਾਂ ਜਿਹੜੇ ਉਹਨਾਂ ਦੇ ਦੂਜੇ ਮਗਰਲੇ ਜਿਹੜੇ ਉਹਨਾਂ ਦੀ ਮਾਂ ਜਥੇਬੰਦੀ RSS ਹੈ, ਉਹ ਜੋ ਮਰਜ਼ੀ ਕਹਦੇ ਇਹਨੂੰ, ਦੇਸ਼ ਧਰੋਹ ਕਹਦੇ, ਕਿੱਡਾ ਵੀ ਕਹਦੇ ਇਹਨੂੰ ਇਹ, ਪਰ ਜੇ ਲੀਗਲ ਐਂਗਲ ਤੋਂ ਦੇਖਣਾ ਹੋਵੇ, ਸੰਵਿਧਾਨਕ ਐਂਗਲ ਤੋਂ ਦੇਖਣਾ ਹੋਵੇ, ਉਹ ਤਾਂ ਆਪਾਂ ਕਿਸੇ ਕਾਨੂੰਨੀ ਮਾਹਰ ਤੋਂ ਹੀ ਪੁੱਛਾਂਗੇ। ਉਹ ਅੱਜ ਤੱਕ ਕਿਸੇ ਕਾਨੂੰਨੀ ਮਾਹਰ ਨੂੰ ਨਹੀਂ ਪੇਸ਼ ਕਰ ਸਕੀ ਵੀ ਭਾਈ ਹਾਂ ਇਹ ਮਤਲਬ ਅਪਮਾਨ ਦਾ ਕੇਸ ਬਣਦਾ ਇਹਦੇ 'ਤੇ, ਕਿਉਂਕਿ ਜਿਹੜਾ ਅਪਮਾਨ ਦਾ ਵੀ ਐਕਟ ਹੈ ਉਹਦੇ ਵਿੱਚ ਸ਼ਰਤਾਂ ਹੁੰਦੀਆਂ ਨੇ ਵੀ ਆਹ ਸ਼ਰਤਾਂ ਹੋਣ ਫੇਰ ਅਪਮਾਨ ਬਣਦਾ। ਉਹ ਕਿਸੇ ਵੀ ਇੱਕ ਵਕੀਲ ਨੂੰ ਆਪਦੇ ਲੀਗਲ ਮਾਹਰ ਤੋਂ ਨਹੀਂ ਕਹਿ ਸਕਦੇ ਵੀ ਇਹ ਜਿਹੜੀ ਅਪਮਾਨ ਦਾ ਫਲਾਨੇ ਐਕਟ ਦੀ ਫਲਾਨੀ ਧਾਰਾ ਅਧੀਨ ਇਹ ਕੇਸ ਬਣਦਾ ਹੈ। ਸੋ ਅਪਮਾਨ ਵੀ ਉੱਥੇ ਜਿਹਨੂੰ ਕਹਿੰਦੇ ਆ ਵੀ ਅਪਮਾਨ ਹੋ ਗਿਆ ਕਿਲੇ 'ਚ, ਅਪਮਾਨ ਵਾਲੀ ਤਾਂ ਉੱਥੇ ਉਹ ਵਕੀਲ ਕਹੀ ਜਾਂਦੇ ਆ ਵੀ ਇਹ ਕੋਈ ਅਪਮਾਨ ਦਾ ਮਾਮਲਾ ਨਹੀਂ ਬਣਦਾ ਕੋਈ। ਇਹ ਅਪਮਾਨ ਉਦੋਂ ਬਣਦਾ ਝੰਡਾ ਪਾੜਤਾ ਹੋਵੇ, ਝੰਡਾ ਪੈਰਾਂ ਥੱਲੇ ਮਲਤਾ ਹੋਵੇ, ਝੰਡੇ 'ਤੇ ਕਾਲਸ ਲਾਤੀ ਹੋਵੇ। ਉਹ ਤਾਂ ਝੰਡੇ ਨੂੰ ਤਾਂ ਟੱਚ ਹੀ ਨਹੀਂ ਕੀਤਾ ਜਿਹੜਾ ਆਪਣਾ ਰਾਸ਼ਟਰੀ ਝੰਡਾ, ਤਿਰੰਗਾ ਝੰਡਾ ਹੈਗਾ। ਇਹਨਾਂ ਲਈ ਖੜੋਗੇ ਤੁਸੀਂ ਜਿਹੜਾ ਦਾ ਮੈਂ ਜ਼ਿਕਰ ਕੀਤਾ ਹੈਗਾ, ਜਾਂ ਖਾਸ ਕਰਕੇ ਜਿਹੜੇ ਮੁੱਖ ਇਹ ਆਰੋਪੀ ਬਣਾਏ ਨੇ ਜਾਂ ਜਿਨ੍ਹਾਂ ਦੀਆਂ ਫੋਟੋਆਂ ਇੰਨਾਂ ਆਈਆਂ ਸਾਹਮਣੇ, ਲੱਖਾ ਸਿੰਘ ਸਿਧਾਣਾ ਤੇ ਆਪਣੇ ਦੀਪ ਸਿੱਧੂ ਦੇ ਤਾਂ ਮੇਨ ਟਾਰਗੇਟ ਆ, ਸਾਰਾ ਦਿਨ ਨੈਸ਼ਨਲ ਮੀਡੀਆ 'ਤੇ ਖਬਰ ਚੱਲਦੀ ਆ। ਹੋਰ ਵੀ ਜਿਹੜੇ 8-9 ਫੋਟੋਆਂ ਇੰਨਾਂ ਆਈਆਂ ਵੱਡੇ ਮੀਡੀਆ ਦੇ ਉੱਤੇ, ਸਾਰੇ ਮੀਡੀਆ ਨੇ ਪਾਈਆਂ ਗਈਆਂ ਫੋਟੋਆਂ ਵੀ ਇਹ ਅਸੀਂ ਮੁੱਖ ਆਰੋਪੀ ਮੰਨਦੇ ਹਾਂ। ਸਰਚ ਵਾਰੰਟ ਨਿਕਲੇ ਆ, 4 ਜਣਿਆਂ ਤੇ ਲੱਖ ਦਾ ਇਨਾਮ ਰੱਖਿਆ ਗਿਆ, 4 ਤੇ 50-50 ਹਜ਼ਾਰ ਦਾ। ਉਹਨਾਂ ਲਈ ਕੀ ਸੋਚਿਆ ਹੈਗਾ? ਬਿਲਕੁਲ ਜੀ, ਅਸੀਂ ਕਹਿੰਦੇ ਆ ਵੀ ਇਹ ਜਿਹੜੇ ਕੇਸ ਧਾਰਾਵਾਂ ਵਗੈਰਾ ਬਣਾਈਆਂ ਇਹ ਸਾਰਾ ਪੋਲੀਟੀਕਲ ਬੇਸ 'ਤੇ ਬਣਿਆ, ਇਹਦਾ ਲੀਗਲ ਬੇਸ ਕੋਈ ਨਹੀਂ। ਪੋਲੀਟੀਕਲ ਬੇਸ 'ਤੇ ਕਿਸੇ ਦੀ ਵੀ ਸਿਆਸੀ ਵਿਚਾਰਾਂ ਦੇ ਆਧਾਰ 'ਤੇ ਜਾਂ ਉਹਦਾ ਸਿਆਸੀ ਦੁਸ਼ਮਣੀ ਦੇ ਆਧਾਰ 'ਤੇ, ਸਿਆਸੀ ਵਿਰੋਧਾਂ ਦੇ ਆਧਾਰ 'ਤੇ ਕਿਸੇ ਦੇ ਵੀ ਕੋਈ ਕੇਸ, ਭਾਵੇਂ ਇਦੋਂ ਵੀ ਵੱਡੇ ਕੇਸ ਪੈ ਜਾਣ। ਅਸੀਂ ਪਹਿਲਾਂ ਵੀ ਜਿੰਨੇ ਸਿਆਸੀ ਕੈਦੀ ਹੈਗੇ ਆ ਉਹਨਾਂ ਦੀ ਅਸੀਂ ਰਿਹਾਈ ਦੀ ਖਾਤਰ ਮੰਗ ਕਰਦੇ ਰਹੇ ਹਾਂ, ਉਹਨਾਂ ਦੇ ਕੇਸਾਂ ਦੇ ਰੱਦ ਕਰਨ ਦੀ ਮੰਗ ਕਰਦੇ ਹਾਂ। ਸੋ ਜਿਹੜੇ ਹੁਣ ਵੀ ਇਹੋ ਜਿਹੇ ਕਿਸੇ ਦੇ ਕੇਸ ਆ ਬਣਾਏ ਆ, ਤੁਸੀਂ ਕਹਿੰਦੇ ਵੀ ਉਹਨਾਂ ਦੇ ਲੱਖ ਦੇ ਨਾਮ ਹੈ ਜਾਂ ਹੋਰ ਹੈ ਉਹਨਾਂ ਦੇ ਗ੍ਰਿਫਤਾਰੀ ਦੇ, ਉਹ ਸਾਰੇ ਅਸੀਂ ਸਮਝਦੇ ਹਾਂ ਵੀ ਤਾਂ ਲੀਗਲ ਬੇਸ ਕੋਈ ਨਹੀਂ। ਇਹ ਬੀਜੇਪੀ ਆਪਣੇ ਜਿਹੜੇ ਸਿਆਸੀ ਵਿਰੋਧੀ ਹੈ ਉਹਨਾਂ ਨੂੰ ਕੁਚਲਣ ਦੀ ਖਾਤਰ ਜਿਹੜੀਆਂ ਇਹੋ ਜਿਹੀਆਂ ਉਹਨਾਂ ਨੂੰ ਕੇਸਾਂ 'ਚ ਫਸਾ ਰਹੇ। ਇਸ ਕਰਕੇ ਜਿਹੜੇ ਸਿਆਸੀ ਆਧਾਰ 'ਤੇ ਕੇਸ ਬਣੇ ਆ, ਅਸੀਂ ਉਹਨਾਂ ਦੀ ਸਾਰਿਆਂ ਦੇ ਰੱਦ ਕਰਨ ਦੀ ਖਾਤਰ, ਉਹਨਾਂ ਦੀ ਰਿਹਾਈ ਦੀ ਖਾਤਰ ਅਸੀਂ ਆ ਜਿਹੜਾ ਮੈਂ ਆਪਦੀ ਜਥੇਬੰਦੀ ਵੱਲੋਂ ਵਾਅਦਾ ਕਰਦਾ, ਚੱਲ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਕਰਾਂਗੇ, ਯਤਨ ਕਰਾਂਗੇ। ਮੈਂ ਆਪਦੀ ਜਥੇਬੰਦੀ ਵੱਲੋਂ ਕਹਿਣਾ ਵੀ ਅਸੀਂ ਉਹਨਾਂ ਦੀ ਰਿਹਾਈ ਦੀ ਖਾਤਰ, ਕੇਸ ਰੱਦ ਕਰਾਉਣ ਦੀ ਖਾਤਰ, ਜਿਹੜੇ ਸਿਆਸੀ ਆਧਾਰ 'ਤੇ ਕੇਸ ਬਣਿਆ ਜਿਹਦਾ ਕੋਈ ਲੀਗਲ ਬੇਸ ਹੈ ਹੀ ਨਹੀਂ, ਉਹਨਾਂ ਦੀ ਖਾਤਰ ਲੜਾਂਗੇ ਅਸੀਂ। ਜੀ, ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੀ ਕੁਛ ਕਰ ਰਹੀਆਂ ਜਥੇਬੰਦੀਆਂ? ਹੁਣ ਤੁਹਾਨੂੰ ਤਾਂ ਥੋੜ੍ਹਾ ਜਿਹਾ ਪਿੱਛੇ ਕਰ ਦਿੱਤਾ ਗਿਆ ਹੈਗਾ, ਉਹ ਚਲੋ ਤੁਹਾਡੀ ਜੋ ਵੀ ਅਪੀਲ ਕੀਤੀ ਉਹ 'ਚ ਅੱਗੇ ਸਾਹਮਣੇ ਆਊਗਾ ਅਗਲੇ ਦਿਨਾਂ ਦੇ ਵਿੱਚ। ਕੀ ਕੁਛ ਹੋਣਾ ਚਾਹੀਦਾ ਜਾਂ ਤੁਹਾਡੀ ਜਥੇਬੰਦੀ ਵੱਲੋਂ ਕੀ ਸੁਝਾਅ ਹੋਣਗੇ ਵੀ ਹਾਂ ਤਿੱਖਾ ਕਰਨ ਦੇ ਲਈ ਸੰਘਰਸ਼ ਆਹ ਹੋਣਾ ਚਾਹੀਦਾ? ਕਿਉਂਕਿ ਲੋਕ ਵੀ ਪੁੱਛ ਰਹੇ ਨੇ ਵੀ ਹੋਰ ਅੱਗੇ ਕੀ ਹੋਣਾ ਚਾਹੀਦਾ। ਦੇਖੋ ਜੀ, ਜੇ ਕੋਈ ਵੀ ਘੋਲ ਹੈ ਜੀ, ਜੇ ਉਹ ਐਡਵਾਂਸ ਨਹੀਂ ਕਰਦਾ, ਖੜ ਜਾਂਦਾ ਇੱਕ ਥਾਂ 'ਤੇ ਆ ਕੇ ਜੀ, ਤਾਂ ਉਹ ਖੜੇ ਪਾਣੀ ਵਰਗੀ ਹੋ ਜਾਂਦੀ ਹੈ। ਉਹਦੇ ਵਿੱਚ ਰਵਾਨਗੀ, ਉਹਦੇ ਵਿੱਚ ਗਤੀਸ਼ੀਲਤਾ ਉਹ ਤਾਂ ਹੀ ਰਹਿੰਦੀ ਹੈ, ਤਾਜ਼ਗੀ ਤਾਂ ਹੀ ਰਹਿੰਦੀ ਹੈ ਉਹਦੇ ਵਿੱਚ। ਜੇ ਉਹ ਮਤਲਬ ਜਿਉਂ ਅੱਗੇ ਵੱਧਦਾ ਉਹ ਨਵੇਂ ਘੋਲ ਰੂਪ, ਘੋਲ ਸ਼ਕਲਾਂ ਉਹਨੂੰ ਮਿਲਦੀਆਂ ਰਹਿਣ। ਚੱਲ ਹੁਣ ਅਸੀਂ ਆਹ ਕਹਿੰਦੇ ਹਾਂ ਵੀ ਜਿਹੜਾ ਅਸੀਂ ਆਹ 6 ਫਰਵਰੀ ਨੂੰ
3 ਘੰਟਿਆਂ ਦਾ ਸਾਰੇ ਇੰਡੀਆ ਦੇ ਵਿੱਚ ਜਿੰਨੇ ਨੈਸ਼ਨਲ ਹਾਈਵੇ ਹੈਗੇ ਆ, ਸਟੇਟ ਹਾਈਵੇ ਹੈਗੇ ਆ, ਸਾਰਿਆਂ ਦੇ 3 ਘੰਟਿਆਂ ਦਾ ਸਾਰੇ ਮੁਲਕ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ ਜਿਹੜਾ ਚੱਕਾ ਜਾਮ ਦਾ ਸੱਦਾ ਦਿੱਤਾ। ਸਾਡੇ ਹਿਸਾਬ ਨਾਲ ਇਹ ਜਿਹੜਾ ਸੱਦਾ ਸਾਡਾ, ਇਹ ਜੋ ਸਰਕਾਰ ਅਸੀਂ ਲੜਦੇ ਆ ਰਹੇ ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਖਾਤਰ, MSP ਦੀ ਗਰੰਟੀ ਕਰਨ ਦੀ ਖਾਤਰ, ਇਹ ਸਾਡੇ ਘੋਲ ਨੂੰ ਸਰਕਾਰ ਨੇ ਬਦਨਾਮ ਕਰਨ ਦੀ ਖਾਤਰ ਜਿੰਨੇ ਸਟੈਪ ਚੱਕੇ ਆ 26 ਜਨਵਰੀ ਤੋਂ ਬਾਅਦ, ਉਹਨੂੰ ਦਹਿਸ਼ਤ ਪਾਉਣ ਦੀ ਖਾਤਰ ਜਿੰਨੇ ਸਟੈਪ ਚੱਕੇ ਆ, ਝੂਠੇ ਕੇਸ ਪਾਏ ਆ, ਬੰਦਿਆਂ ਦੇ ਘਰਾਂ 'ਚ ਛਾਪੇ ਮਾਰੇ ਆ, ਇੱਥੇ ਇੰਟਰਨੈਟ ਬੰਦ ਕੀਤਾ, ਇੱਥੇ ਪਾਣੀ ਦੀ ਸੁਵਿਧਾ ਬੰਦ ਕੀਤੀ ਹੈ, ਇੱਥੇ ਉਹਨਾਂ ਦੀ ਘੇਰਾਬੰਦੀ, ਉਹਦੀ ਬੈਰੀਕੇਡਿੰਗ ਕੀਤੀ ਹੈ, ਕਿੱਲ ਲਾਏ ਨੇ। ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਇੱਕ ਪ੍ਰਦਰਸ਼ਨ, ਜੇ ਅਸੀਂ ਚੁੱਪ ਰਹਿੰਦੇ, ਇੱਥੇ ਕੁਛ ਨਾ ਬੋਲਦੇ, ਸਮਝੋ ਫਿਰ ਖੜੋਤ ਵਾਲੀ ਗੱਲ ਸੀ। ਅਸੀਂ ਉਹਨਾਂ ਦਾ ਜਵਾਬ ਇੱਕ ਘੋਲ ਸੱਦੇ ਦੇ ਰੂਪ 'ਚ 6 ਫਰਵਰੀ ਦਾ ਜਿਹੜਾ ਆਲ ਇੰਡੀਆ ਦਾ ਚੱਕਾ ਜਾਮ ਹੈਗਾ, ਉਹਦੇ 'ਚ ਅਸੀਂ ਦਿੱਤਾ ਹੈਗਾ। ਇਹਦੇ ਨਾਲ ਤਾਜ਼ਗੀ ਵੀ ਆਊਗੀ, ਲੋਕ ਇਹਦੇ 'ਚ ਘੇਰਾ ਵੀ, ਪ੍ਰੋਟੈਸਟ ਦਾ ਘੇਰਾ ਵੀ ਹੋਰ ਵਧੂਗਾ ਅਤੇ ਸਮਰਥਨ ਦਾ ਘੇਰਾ ਵੀ ਹੋਰ ਵਧੂਗਾ, ਮੋਰਲੀ ਸਮਰਥਨ ਵੀ, ਮੈਕ ਸਮਰਥਨ ਵੀ, ਹਰ ਤਰ੍ਹਾਂ ਦਾ ਸਮਰਥਨ। ਅਤੇ ਉਦੋਂ ਅੱਗੇ ਵੀ ਗਏ ਨੇ ਵੀ 6 ਫਰਵਰੀ ਤੋਂ ਬਾਅਦ ਕੋਈ ਘੋਲ ਫਾਰਮਾਂ ਮੁੱਕ ਜਾਣਗੀਆਂ, ਉਹ ਅਸੀਂ ਠੀਕ ਹੈ। ਜਿਹੜੀ ਫਰਵਰੀ ਵਾਲੀ ਵੀ ਹੈਗੀ ਹੈ, 1 ਫਰਵਰੀ ਦਾ ਜਿਹੜਾ ਅਸੀਂ ਪਾਰਲੀਮੈਂਟ ਦੇ ਅੱਗੇ ਕੂਚ ਕਰਨ ਵਾਲਾ ਸੀਗਾ, ਉਹ ਚੱਲ ਇੱਕ ਵਾਰੀ ਭਾਵੇਂ ਉਹ ਵਾਪਸ ਲੈਣਾ ਪਿਆ, ਇਹਨੇ ਵੀ ਪੱਕੇ ਤੌਰ 'ਤੇ ਵਾਪਸ ਲੈ ਲਿਆ। ਆਉਣ ਵਾਲੇ ਸਮੇਂ 'ਚ ਅਸੀਂ ਸਮਝਦੇ ਹਾਂ ਵੀ ਸਮਾਂ ਬਣੂਗਾ, ਉਹਦਾ ਵੀ ਬਣੂਗਾ, ਅਤੇ ਹੋਰ ਜਿਹੜਾ ਕੋਈ ਭਾਰਤ ਬੰਦ ਟਾਈਪ ਦੇ ਜਿਹੜੇ ਸੱਦੇ ਆ, ਉਹ ਵੀ ਹਜੇ ਬਕਾਇਆ ਪਏ ਆ। ਇਹਨਾਂ ਨੂੰ ਘੋਲ ਨੂੰ ਅੱਗੇ ਵਧਾਉਣ ਦੀ ਖਾਤਰ ਇਹ ਜਿਹੜੇ ਘੋਲ ਸੱਦੇ ਆ, ਘੋਲ ਪ੍ਰੋਗਰਾਮ ਹੈ, ਘੋਲ ਦੀ ਅਗਲੀ ਰੂਪਰੇਖਾ ਉਹ ਦਿੱਤੀ ਜਾਂਦੀ ਰਹੂਗੀ। ਜੀ ਸੁਰਜੀਤ ਜੀ, ਜੇ ਆਪਾਂ ਗੱਲ ਕਰੀਏ ਅੰਦੋਲਨ ਦੇ ਵਿੱਚ ਦੀ, ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦੀ ਜਿਵੇਂ ਆਪਾਂ ਕਹਿ ਦਈਏ ਖੜੋਤ ਆ ਗਈ ਸੀ 26 ਤਰੀਕ ਤੋਂ ਬਾਅਦ, ਪਰ ਮੁੜ ਕੇ ਪਿੰਡਾਂ ਦੇ ਵਿੱਚ ਮਤੇ ਪਏ, ਹਰਿਆਣੇ ਦੇ ਖਾਪ ਪੰਚਾਇਤਾਂ, ਇਹਨਾਂ ਪਿੰਡਾਂ ਤੋਂ ਕਾਫੀ ਲੋਕ ਇੱਥੇ ਆ ਰਹੇ ਨੇ, ਮਤਲਬ ਲੋਕ ਤਾਂ ਪੂਰਾ ਬੂਸਟ ਅਪ ਕਰ ਰਹੇ ਨੇ, ਲੋਕਾਂ ਦੇ ਕਰਕੇ ਹੀ ਜਥੇਬੰਦੀਆਂ ਵਾਲੇ ਆਗੂ ਖੜੇ ਆ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਹੋਰ ਪਾਰਦਰਸ਼ੀ ਚੀਜ਼ ਹੋਣੀ ਚਾਹੀਦੀ ਹੈ, ਕਿਤੇ ਨਾ ਕਿਤੇ ਕੋਈ ਨਾ ਕੁਛ ਤਾਂ ਅੜਿਆ ਹੀ ਹੋਇਆ ਜਿਹੜੀਆਂ ਆਹ ਚੀਜ਼ਾਂ ਸਾਹਮਣੇ ਆਉਣ ਲੱਗ ਗਈਆਂ? ਕਿਉਂਕਿ ਵੀਡੀਓ ਦਾ ਬਾਹਰ ਆਉਣਾ ਜਾਂ ਕਿਸੇ ਵੱਲੋਂ ਇਲਜ਼ਾਮ ਲਾਏ ਜਾਣੇ, ਇਹ ਲੱਗਦਾ ਨਹੀਂ ਵੀ ਕੋਈ ਸਰਕਾਰ ਦੀ ਸਾਜ਼ਿਸ਼ ਹੋ। ਜੇ ਸਰਕਾਰ ਦੀ ਸਾਜ਼ਿਸ਼ ਆ ਤਾਂ ਸਾਹਮਣੇ ਆ ਕੇ ਜਥੇਬੰਦੀਆਂ ਇਸ ਨੂੰ ਕੰਡੈਮਟ ਕਿਉਂ ਨਹੀਂ ਕਰਦੀਆਂ? ਬਿਲਕੁਲ ਠੀਕ ਹੈ ਜੀ। ਜਨਤਾ ਦਾ, ਲੋਕਾਂ ਦਾ ਵਿਸ਼ਵਾਸ, ਭਰੋਸਾ ਬਣਾਈ ਰੱਖਣਾ ਕਿਸੇ ਵੀ ਮੋਰਚੇ ਦੀ ਜਿੱਤ ਲਈ ਸਭ ਤੋਂ ਜ਼ਰੂਰੀ ਹੁੰਦਾ। ਲੋਕਾਂ 'ਚੋਂ ਵੀ ਅਸੀਂ ਕਹਾਂਗੇ ਵੀ ਨੌਜਵਾਨਾਂ ਦਾ, ਜਿਹੜੇ ਅਸੀਂ ਸਮਝਦੇ ਹਾਂ ਵੀ ਸਾਡੇ ਭਵਿੱਖ ਦੇ ਵਾਰਸ ਹੈ, ਜਿਹੜੇ ਸਾਡੇ, ਜਿਨ੍ਹਾਂ ਨੇ ਆਉਣ ਵਾਲੇ ਭਵਿੱਖ ਦੇ ਵਿੱਚ ਸਮਾਜ ਦੇ ਵਿਕਾਸ ਦੇ ਲਈ ਬਾਗਡੋਰ ਸਾਹਮਣੀ ਹੈ ਇਹਨਾਂ ਨੇ ਅੰਦੋਲਨਾਂ ਦੀ, ਉਹ ਨੌਜਵਾਨ ਵਰਗ ਦਾ ਵਿਸ਼ਵਾਸ ਬਣਾਈ ਰੱਖਣ ਦਾ ਘੋਲ ਦੀ ਜਿੱਤ ਵਾਸਤੇ, ਮੋਰਚੇ ਦੀ ਜਿੱਤ ਵਾਸਤੇ ਜ਼ਰੂਰੀ ਹੈ। ਸੋ ਉਹ ਵਿਸ਼ਵਾਸ ਤਾਂ ਹੀ ਬਣਿਆ ਰਹੂ ਜੇ ਸਭ ਕੁਛ ਹੈ ਜਿਹੜਾ ਸਾਡਾ ਮੀਟਿੰਗਾਂ 'ਚ ਜੋ ਅਸੀਂ ਕਰਦੇ ਹਾਂ ਜਾਂ ਅਸੀਂ ਕੋਈ ਵੀ ਫੈਸਲੇ ਕਰਦੇ ਹਾਂ, ਉਹ ਪਾਰਦਰਸ਼ੀ ਹੋਣਗੇ, ਨਾਲ ਦੀ ਨਾਲ ਜਨਤਾ 'ਚ ਜਾਣਗੇ, ਲੋਕਾਂ ਤੋਂ ਕੋਈ ਅੱਖੋਂ ਪਰੋਖੇ ਅੱਖੋਂ ਉੱਲੋ ਨਹੀਂ ਹੋਣਗੇ। ਅਸੀਂ ਜਿਹੜਾ ਮੀਟਿੰਗ ਦੇ ਵਿੱਚ ਸਰਕਾਰ ਬਾਰ-ਬਾਰ ਕਹਿੰਦੀ ਰਹੀ ਹੈ ਵੀ ਤੁਸੀਂ ਛੋਟੀ ਕਮੇਟੀ ਬਣਾ ਲਓ, ਛੋਟੀ ਕਮੇਟੀ 5-7 ਆਗੂਆਂ ਦੀ ਕਮੇਟੀ ਬਣਾ ਲਓ, ਡਿਸਕਸ ਕਰ ਲਏ, ਅਤੇ ਆਹ ਜਿਹੜੇ ਤੁਸੀਂ 40 ਆਗੂ ਆਉਣੇ ਆ, ਇਹਦਾ ਫਾਇਦਾ ਨਹੀਂ ਕੋਈ। ਅਸੀਂ ਉੱਥੇ ਵੀ ਐਂ ਸੀਗਾ ਵੀ ਛੋਟੀ ਕਮੇਟੀ 'ਚ ਖਤਰੇ ਵੱਧ ਹੁੰਦੇ ਨੇ, ਬਾਰਗੇਨਿੰਗ ਕਰਨ ਦੇ ਵੀ ਸਰਕਾਰ ਵੱਲੋਂ, ਅਤੇ ਉਹਨਾਂ ਨੂੰ ਪਚਲਾਵੇ 'ਚ ਲੈਣ ਦੇ ਵੀ। ਕਿੱਥੇ ਤਾਂ 5 ਬੰਦਿਆਂ ਨੂੰ ਪਚਲਾਵੇ 'ਚ ਲੈਣਾ ਹੋਵੇ, ਕਿੱਥੇ 50 ਬੰਦਿਆਂ ਨੂੰ ਪਚਲਾਵੇ 'ਚ ਲੈਣਾ ਔਖਾ ਹੁੰਦਾ। ਇਸ ਕਰਕੇ ਅਸੀਂ ਰੱਦ ਕਰਦੇ ਰਹੇ ਹਾਂ ਵੀ ਛੋਟੀ ਕਮੇਟੀ ਨਹੀਂ। ਅਸੀਂ ਜਿਹੜੀ 40 ਦੇ ਜਦੋਂ ਵੀ ਕੋਈ ਫੈਸਲਾ ਹੋਇਆ ਤਾਂ ਆਹ ਜਿਹੜੇ 40 ਆਗੂ ਆਉਂਦੇ ਆ, ਉਹਦੇ ਵਿੱਚ ਹੀ ਡਿਸਕਸ਼ਨ ਹੋਊਗੀ, ਉਹਦੇ ਵਿੱਚ ਹੀ ਡਿਬੇਟ ਹੋਊਗਾ, ਉਹਦੇ ਵਿੱਚ ਹੀ ਫੈਸਲਾ ਹੋਊਗਾ। ਠੀਕ ਹੈ, ਛੋਟੀ ਦੀ ਖਾਤਰ ਜੇ ਸਾਨੂੰ ਲੱਗਦਾ ਵੀ 40 ਨੂੰ ਅਸੀਂ ਗੱਲ ਨਹੀਂ ਕਰ ਸਕਦੇ, ਬੁਲਾਰੇ ਤਾਂ ਤੈਅ ਕੀਤੇ ਜਾ ਸਕਦੇ ਆ, ਪਰ ਫੈਸਲਾ ਕਰਨ ਦਾ ਅਧਿਕਾਰ ਕਿਸੇ ਛੋਟੀ ਕਮੇਟੀ ਨੂੰ ਨਹੀਂ ਦਿੱਤਾ ਜਾ ਸਕਦਾ। ਉਹ ਜਿਹੜੀ ਹੈਗੀ ਹੈ, ਇਹ ਅਸੀਂ ਪਾਰਦਰਸ਼ੀ ਰੱਖਣ ਦੀ ਖਾਤਰ ਤੇ ਹੋਇਆ ਵੀ ਹੈ। ਹੁਣ ਤੱਕ ਜਿੰਨਾ ਚਿਰ 40 ਮੀਟਿੰਗ 'ਚ ਜਾਂਦੇ ਰਹੇ ਹਾਂ ਅਸੀਂ, ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਜਨਤਾ ਤੋਂ ਉੱਲੀ ਰਹੀ ਹੈ ਗੱਲ, ਉਹ ਪਾਰਦਰਸ਼ੀ ਰਿਹਾ ਕੋਈ। ਅਤੇ ਅਗਾਹਾਂ ਨੂੰ ਵੀ ਅਸੀਂ ਯਤਨ ਕਰਾਂਗੇ ਅਸੀਂ ਵੀ ਜੋ ਵੀ ਫੈਸਲਾ ਹੋਵੇ ਉਹ 40 ਦੀ ਮੀਟਿੰਗ 'ਚ ਹੀ ਹੋਵੇ, 40 ਦਾ ਜਿਹੜਾ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਹੀ ਹੋਵੇ, ਅਤੇ ਜਿਹੜੀ ਛੋਟੀ ਕਮੇਟੀ ਆ ਜਾਂ ਕੋਈ ਅੰਦਰ ਖਾਤੇ ਆ ਸਰਕਾਰ ਨਾਲ ਗੱਲਬਾਤ ਹੈ, ਉਹ ਸ਼ੰਕੇ ਖੜੀ ਕਰੂਗੀ। ਇੱਕ ਵਾਰੀ ਸ਼ੰਕਾ ਖੜਾ ਹੋ ਗਿਆ ਲੀਡਰਸ਼ਿਪ ਬਾਰੇ, ਤਾਂ ਉਹਨੂੰ ਉਦੋਂ ਬਾਅਦ ਉਹ ਸ਼ੰਕਾ ਦੂਰ ਕਰਨ ਦੀ ਖਾਤਰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਕਰਕੇ ਅਸੀਂ ਇਹਨੂੰ ਪਾਰਦਰਸ਼ੀ ਰੱਖਣ ਦਾ ਅਸੀਂ ਜ਼ੋਰ ਲਾਵਾਂਗੇ ਤਾਂ ਕਿ ਸ਼ੰਕੇ ਨਾ ਖੜੇ ਹੋਣ, ਪਹਿਲਾਂ ਦੀ ਤਰ੍ਹਾਂ ਲੀਡਰਸ਼ਿਪ 'ਚ ਵਿਸ਼ਵਾਸ ਬਣਿਆ ਰਹੇ। ਜੀ ਫੂਲ ਜੀ, ਤੁਸੀਂ ਸਮਾਂ ਦਿੱਤਾ, ਧੰਨਵਾਦ ਜੀ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਤੁਹਾਡੇ ਚੈਨਲ ਦਾ ਧੰਨਵਾਦ, ਜਿਨ੍ਹਾਂ ਨੇ ਸਾਡੀ ਗੱਲਬਾਤ ਹੈ ਦੇਸ਼ ਦੁਨੀਆ ਤੱਕ ਪਹੁੰਚਾਈ ਹੈ। ਅਤੇ ਸਾਨੂੰ ਖੁਸ਼ੀ ਹੈ ਵੀ ਜਿਹੜਾ ਤੁਹਾਡਾ RMB ਚੈਨਲ ਹੈ ਉਹਦੇ ਜਿਹੜੀ ਦੁਨੀਆ ਦੇਖਦੀ ਹੈ ਉਹਨੂੰ,
ਤੇ ਸਾਨੂੰ ਵੀ ਲੱਗਦਾ ਵੀ ਜਿਹੜੀ ਇਹ ਸਾਡਾ ਵਿਚਾਰ ਹੈ ਲੱਖਾਂ ਤੱਕ ਜਾਊਗਾ। ਤੁਹਾਡਾ ਧੰਨਵਾਦ ਜੀ। ਸੋ ਦੋਸਤੋ, ਇਹ ਸੀ ਸੁਰਜੀਤ ਸਿੰਘ ਫੂਲ, ਸੂਬਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਜਿਹੜੇ ਲੋਕਾਂ ਦੇ ਸਵਾਲ ਸੀ ਉਹ ਅਸੀਂ ਪੁੱਛੇ, ਖਾਸ ਕਰਕੇ ਜੋ ਇਹਨਾਂ ਦੀ ਜਥੇਬੰਦੀ ਨੂੰ ਪਿੱਛੇ ਕੀਤਾ ਗਿਆ ਜਾਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਬੜੇ ਸਵਾਲ ਆਏ ਸੀ ਤੇ ਅੰਦੋਲਨ ਨੂੰ ਤਿੱਖਾ ਕਰਨ ਦੇ ਲਈ ਜਥੇਬੰਦੀਆਂ ਨੂੰ ਹੋਰ ਕੀ ਕਰਨਾ ਚਾਹੀਦਾ। ਅੱਗੇ ਵੀ ਅਸੀਂ ਕਿਸਾਨ ਆਗੂਆਂ ਦੀਆਂ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।